ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਬरुण कौर मान ਹਾਜ਼ਰ। ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਅਮਰੀਕਾ 'ਚ ਰਹਿੰਦੇ ਭਾਰਤੀਆਂ ਦੇ ਲਈ ਬੁਰੀ ਖਬਰ, ਗ੍ਰੀਨ ਕਾਰਡ ਨੂੰ ਲੈ ਕੇ ਈਗਲ ਐਕਟ ਖਾਰਜ। ਅਮਰੀਕਨ ਐਮਬੈਸੀ ਨੇ ਭਾਰਤੀਆਂ ਦੇ ਲਈ 12 ਦਿਨਾਂ ਦਾ ਵੀਜ਼ਾ ਪ੍ਰੋਗਰਾਮ ਕੀਤਾ ਸ਼ੁਰੂ। ਅਮਰੀਕਾ ਜਾਣ ਦੇ ਲਈ ਮੈਕਸੀਕੋ ਦੀ ਕੰਧ ਟੱਪ ਰਹੇ ਭਾਰਤੀ ਦੀ ਮੌਤ। ਪਾਸਪੋਰਟ ਬਣਵਾਉਣ ਵਾਲਿਆਂ ਦੇ ਲਈ ਅਹਿਮ ਖਬਰ, ਦਫ਼ਤਰ ਨੇ ਜਾਰੀ ਕੀਤੀ ਸਲੋਟ। बर्फीले मौसम कारण कैनेडा और अमेरिका च हज़ारां उड़ाणां प्रभावित। कैनेडा ने रिकॉर्ड इमीग्रेशन अर्जियां नूं क्लीयर करन दे मामले च तोड़े रिकॉर्ड। कैनेडा दे स्टडी परमिट दीआं 6,70,000 अर्जियां दा निपटारा। कैनेडियन पासपोर्ट धारकां दे लई वड्डी खबर, भारत ने ई वीज़ा सहूलत शुरू करन दा कीता ऐलान। फ्रांस दे नवी दिल्ली दूतवास चों 64 लोकां दे शैंगन वीज़ा संबंधी फाइलां गायब। ਆਸਟ੍ਰੇਲੀਆ ਵੱਲੋਂ ਨੌਜਵਾਨ ਭਾਰਤੀਆਂ ਦੇ ਲਈ ਨਵੇਂ ਬੈਕਪੈਕਰ ਵੀਜ਼ਾ ਦੀ ਸ਼ੁਰੂਆਤ। ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਦੇ ਲਈ ਇੱਕ ਜ਼ਰੂਰੀ ਖਬਰ, ਧੜਾਧੜ ਰੱਦ ਹੋ ਰਹੇ ਨੇ ਵੀਜ਼ਾ। ਆਸਟ੍ਰੇਲੀਆਈ ਸਰਕਾਰ ਵੱਲੋਂ ਵੀਜ਼ਾ ਟ੍ਰਿਬਿਊਨਲ ਰੱਦ। ਅਦਾਲਤੀ ਫੈਸਲੇ ਤੋਂ ਬਾਅਦ ਸਮੁੰਦਰੀ ਰਸਤੇ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਵਾਂਡਾ ਭੇਜਣ ਦਾ ਖੁੱਲ੍ਹਿਆ ਰਾਹ। UAE ਵਿੱਚ ਹੁਣ ਪਾਸਪੋਰਟ ਤੇ ਟਿਕਟ ਦੀ ਟੈਨਸ਼ਨ ਖਤਮ। ਏਅਰਪੋਰਟ ਤੇ ਸ਼ੁਰੂ ਕੀਤੀ ਨਵੀਂ ਸਰਵਿਸ, ਕੇਵਲ ਚਿਹਰਾ ਦਿਖਾਉਣ ਦੀ ਲੋੜ। ਭਾਰਤ ਸਰਕਾਰ ਅਗਲੇ ਸਾਲ ਤੋਂ ਨਾਗਰਿਕਾਂ ਨੂੰ ਈ ਪਾਸਪੋਰਟ ਕਰੇਗੀ ਜਾਰੀ। ਫਿਨਲੈਂਡ ਨੇ ਪ੍ਰਵਾਸੀਆਂ ਲਈ ਬਣਾਈ ਵਿਸ਼ੇਸ਼ ਯੋਜਨਾ, ਭਾਰਤੀ ਕਾਮਿਆਂ ਤੇ ਨਰਸਾਂ ਨੂੰ ਹੋਵੇਗਾ ਵੱਡਾ ਫਾਇਦਾ। ਇੰਡੋਨੇਸ਼ੀਆ ਨੇ ਵਿਦੇਸ਼ੀ ਨਿਵੇਸ਼ਕਾਂ ਲਈ ਸੈਕੰਡ ਹੋਮ ਵੀਜ਼ਾ ਪ੍ਰਕਿਰਿਆ ਕੀਤੀ ਸ਼ੁਰੂ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਅਮਰੀਕਾ 'ਚ ਰਹਿ ਰਹੇ ਭਾਰਤੀਆਂ ਦਾ ਗ੍ਰੀਨ ਕਾਰਡ ਹਾਸਲ ਕਰਨ ਦਾ ਸੁਪਨਾ ਫਿਰ ਚਕਨਾਚੂਰ ਹੋ ਗਿਆ। ਹਾਊਸ ਫਾਰ ਰਿਪਰੈਜ਼ੈਂਟੇਟਿਵਸ ਵਿੱਚ ਸਪੀਕਰ ਨੈਂਸੀ ਪੈਲੋਸੀ ਨੇ VOTING ਤੋਂ ਪਹਿਲਾਂ ਈਗਲ ਐਕਟ ਨੂੰ ਰੱਦ ਕਰ ਦਿੱਤਾ। ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀ ਦੇ ਨੇਤਾਵਾਂ ਦੇ ਵੱਡੇ ਹਿੱਸੇ ਨੇ ਇਸ ਦਾ ਵਿਰੋਧ ਕੀਤਾ। ਆਗੂਆਂ ਨੇ ਕਿਹਾ ਕਿ ਇਸ ਐਕਟ ਦੇ ਲਾਗੂ ਹੋਣ ਦੇ ਨਾਲ ਅਮਰੀਕਾ 'ਚ ਭਾਰਤੀਆਂ ਅਤੇ ਚੀਨੀ ਨਾਗਰਿਕਾਂ ਦਾ ਦਬਦਬਾ ਹੋਰ ਵਧੇਗਾ। ਹਰ ਦੇਸ਼ ਦੇ ਲਈ ਗ੍ਰੀਨ ਕਾਰਡਾਂ ਦਾ ਕਰਮਚਾਰੀ ਆਧਾਰਿਤ 7% ਕੋਟਾ ਹੈ। ਈਗਲ ਐਕਟ ਇਸ ਕੋਟੇ ਨੂੰ 15% ਕਰ ਦਿੰਦਾ ਹੈ। ਇਸ ਨਾਲ ਭਾਰਤ ਦੇ ਲੋਕ ਪਹਿਲਾਂ ਆਓ ਪਹਿਲਾਂ ਪਾਓ ਪ੍ਰਣਾਲੀ ਰਾਹੀਂ ਆਸਾਨੀ ਨਾਲ ਗ੍ਰੀਨ ਕਾਰਡ ਲੈ ਸਕਣਗੇ। ਐਕਟ ਦੇ ਰੱਦ ਹੋਣ ਦੇ ਨਾਲ ਅਮਰੀਕਾ 'ਚ ਭਾਰਤੀਆਂ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ। ਅਮਰੀਕੀ ਸੰਸਦ ਵਿੱਚ ਨੇਤਾਵਾਂ ਨੇ ਕਿਹਾ ਹੈ ਕਿ ਇਹ ਐਕਟ ਲਾਗੂ ਹੁੰਦਾ ਹੈ ਤਾਂ ਕਈ ਦੇਸ਼ਾਂ ਨੂੰ ਅਸਮਾਨਤਾਵਾਂ ਦਾ ਸਾਹਮਣਾ ਕਰਨਾ ਪਏਗਾ। ਜਿਨ੍ਹਾਂ ਦੇਸ਼ਾਂ ਦੇ ਵਿੱਚ ਮਜ਼ਦੂਰ ਵਰਗ ਕਮਜ਼ੋਰ ਹੈ, ਉਹਨਾਂ ਨੂੰ ਇੱਥੇ ਆਉਣ ਦਾ ਮੌਕਾ ਨਹੀਂ ਮਿਲੇਗਾ। ਰਿਪਬਲਿਕਨ ਨੇਤਾ ਨੇ ਕਿਹਾ ਹੈ ਕਿ ਘੁਸਪੈਠ ਕਰਨ ਵਾਲੇ ਪ੍ਰਵਾਸੀਆਂ ਨੂੰ ਪਹਿਲਾਂ ਰੋਕਿਆ ਜਾਣਾ ਚਾਹੀਦਾ ਹੈ, ਫਿਰ ਐਕਟ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਡੈਮੋਕ੍ਰੈਟਿਕ ਪਾਰਟੀ ਦੀ ਨੇਤਾ ਨੇ ਕਿਹਾ ਕਿ ਈਗਲ ਐਕਟ ਦੇ ਪਾਸ ਹੋਣ ਦੇ ਨਾਲ ਭਾਰਤ ਜਾਂ ਚਾਈਨਾ ਦੇ ਲੋਕਾਂ ਦੇ ਦਬਦਬੇ ਦਾ ਪਹਿਲਾਂ ਨਾਲੋਂ ਜ਼ਿਆਦਾ ਖਤਰਾ ਹੈ। ਜਿਵੇਂ ਬਿੱਲ ਨੂੰ ਰੱਦ ਕਰਨ ਦਾ ਫੈਸਲਾ ਆਇਆ ਤਾਂ ਲੋਕਾਂ ਨੇ ਇਸ ਬਿੱਲ ਦਾ ਸਮਰਥਨ ਕਰਨ ਵਾਲੇ ਨੇਤਾਵਾਂ ਤੇ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ। ਇਮੀਗ੍ਰੇਸ਼ਨ ਵਾਇਸ ਨੇ ਬਿੱਲ ਦੇ ਜਾਣੇ ਪਛਾਣੇ ਸਮਰਥਕ ਡੈਮੋਕ੍ਰੈਟਿਕ ਨੇਤਾ ਜ਼ਈ ਤੇ ਬਿੱਲ ਦੀ ਸ਼ੁਰੂਆਤ 'ਚ ਜਾਣਬੁੱਝ ਕੇ ਦੇਰੀ ਕਰਨ ਦਾ ਦੋਸ਼ ਵੀ ਲਗਾਇਆ ਜਾ ਸਕਦਾ ਹੈ ਤਾਂ ਜੋ ਸੈਸ਼ਨ ਦਾ ਜਿਹੜਾ ਸਦਨ ਹੈ ਉਹ ਖਤਮ ਹੋ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਪੈਲੋਸੀ ਦੇ ਕਰੀਬੀ ਦੋਸਤ ਵੀ ਰਹੇ ਨੇ। ਇੱਕ ਸੂਤਰ ਨੇ ਇਮੀਗ੍ਰੇਸ਼ਨ ਵਾਇਸ ਨੂੰ ਦੱਸਿਆ ਕਿ ਵੱਡੀਆਂ ਤਕਨੀਕੀ ਕੰਪਨੀਆਂ ਨਹੀਂ ਚਾਹੁੰਦੀਆਂ ਕਿ ਬਿੱਲ ਪਾਸ ਹੋਏ। ਉਹ ਘੱਟ ਤਨਖਾਹ ਵਾਲੇ ਭਾਰਤੀਆਂ ਨੂੰ ਵੀਜ਼ਾ ਤੇ ਨਿਯੁਕਤ ਨੌਕਰਾਂ ਵਜੋਂ ਰੱਖਦੇ ਨੇ, ਗ੍ਰੀਨ ਕਾਰਡ ਲੈਣ ਦਾ ਲਾਲਚ ਵੀ ਦਿੰਦੇ ਨੇ। ਪਰ ਜੇ ਇਹਨਾਂ ਮੁਲਾਜ਼ਮਾਂ ਨੂੰ ਗ੍ਰੀਨ ਕਾਰਡ ਮਿਲ ਜਾਂਦਾ ਹੈ ਤਾਂ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨਾ ਪਏਗਾ, ਨਾਲ ਹੀ ਉਹ ਆਸਾਨੀ ਨਾਲ ਕਿਸੇ ਹੋਰ ਕੰਪਨੀ ਦੇ ਵਿੱਚ ਜਾ ਸਕਣਗੇ। ਨਵੀਂ ਦਿੱਲੀ ਦੇ ਵਿੱਚ ਅਮਰੀਕੀ ਦੂਤਵਾਸ ਨੇ ਲੋਕਾਂ ਨੂੰ H ਅਤੇ L ਵੀਜ਼ਾ ਦੇ ਲਈ ਅਪਲਾਈ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਲਈ 12 ਦਿਨਾਂ ਦਾ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ। ਪ੍ਰੋਗਰਾਮ ਦੇ ਪਹਿਲੇ ਦਿਨ ਇਸ ਹਫ਼ਤੇ ਮੰਗਲਵਾਰ ਨੂੰ ਅੰਬੈਸੀ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਕਲਿੱਪ ਦੇ ਵਿੱਚ ਕਿਹਾ ਗਿਆ ਸੀਗਾ ਕਿ H ਅਤੇ L ਵੀਜ਼ਾ ਅਰਜ਼ੀਆਂ 'ਚ 17% ਵਾਧਾ ਹੋਇਆ। ਇਸ ਦੇ ਲਈ ਉਡੀਕ ਸਮਾਂ ਘਟਾਇਆ ਗਿਆ, ਪਰ ਵੀਜ਼ਾ ਬਿਨੇਕਾਰਾਂ ਦੀਆਂ ਹੋਰ ਸ਼੍ਰੇਣੀਆਂ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਟਵਿੱਟਰ ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਕਲਿੱਪ 'ਚ ਕਿਹਾ ਗਿਆ ਹੈ ਕਿ ਹਜ਼ਾਰਾਂ ਕਾਮੇ ਤੇ ਪਰਿਵਾਰ ਅਮਰੀਕਾ 'ਚ ਦੁਬਾਰਾ ਸ਼ਾਮਲ ਹੋਣ ਜਾਂ ਕੰਮ ਸ਼ੁਰੂ ਕਰਨ ਦੇ ਯੋਗ ਹੋ ਗਏ ਨੇ। ਇਸ ਸਮੇਂ ਭਾਰਤ ਦੇ ਵਿੱਚ ਵੀਜ਼ਾ ਮੁਲਾਕਾਤਾਂ ਦੇ ਲਈ ਲੰਬੇ ਸਮੇਂ ਦੀ ਉਡੀਕ ਹੈ ਔਰ ਵਾਈਟ ਹਾਊਸ ਨੇ ਪਿਛਲੇ ਹਫ਼ਤੇ ਕਿਹਾ ਕਿ ਪ੍ਰਸ਼ਾਸਨ ਲੰਬੀ ਦੇਰੀ ਤੋਂ ਜਾਣੂ ਸੀ ਤੇ ਇਸ ਨੂੰ ਛੋਟਾ ਕਰਨ ਦੇ ਲਈ ਕੰਮ ਕਰ ਰਿਹਾ ਸੀ। ਦੂਜੇ ਪਾਸੇ ਨਾਰਾਜ਼ ਵੀਜ਼ਾ ਬਿਨੇਕਾਰਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਕਦੋਂ ਤੱਕ ਤੁਸੀਂ ਇੰਤਜ਼ਾਰ ਕਰਵਾਓਗੇ।
ਅਮਰੀਕੀ ਵਿਦੇਸ਼ ਵਿਭਾਗ ਨੇ ਨਵੰਬਰ 'ਚ ਕਿਹਾ ਕਿ B1 B2 ਉਮੀਦਵਾਰਾਂ ਦੀ ਇੰਟਰਵਿਊ ਦੇ ਲਈ ਉਡੀਕ ਦੀ ਮਿਆਦ ਬੰਬਈ 'ਚ 999 ਦਿਨ ਹੈ, ਹੈਦਰਾਬਾਦ ਦੇ ਵਿੱਚ 994 ਦਿਨ ਹੈ, ਦਿੱਲੀ 'ਚ 961 ਦਿਨ ਹੈ, ਚੇਨਈ 'ਚ 948 ਦਿਨ ਹੈ ਤੇ ਕੋਲਕਾਤਾ 'ਚ 904 ਦਿਨ ਹੈ। ਇਸ ਮਹੀਨੇ ਦੇ ਸ਼ੁਰੂ 'ਚ ਇੱਕ ਪ੍ਰੈਜ਼ੀਡੈਂਸ਼ੀਅਲ ਪੈਨਲ ਨੇ ਪ੍ਰਸ਼ਾਸਨ ਨੂੰ ਸਿਫਾਰਿਸ਼ ਕੀਤੀ ਕਿ ਭਾਰਤ ਵਰਗੇ ਭਾਰੀ ਬੈਕਲੌਗ ਵਾਲੇ ਦੇਸ਼ ਲਈ ਵੀਜ਼ਾ ਮੁਲਾਕਾਤ ਦੇ ਇੰਤਜ਼ਾਰ ਦੇ ਸਮੇਂ ਨੂੰ ਵੱਧ ਤੋਂ 4 ਹਫ਼ਤਿਆਂ ਤੱਕ ਘਟਾਉਣ ਦੇ ਲਈ ਅਮਰੀਕੀ ਵਿਦੇਸ਼ ਵਿਭਾਗ ਨੂੰ ਇੱਕ ਮੈਮੋਰੰਡਮ ਜਾਰੀ ਕਰਨ ਤੇ ਵਿਚਾਰ ਕੀਤਾ ਜਾਏ। ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਭਾਰਤ ਤੋਂ ਵੀ ਬਹੁਤ ਸਾਰੇ ਲੋਕ ਅਮਰੀਕਾ ਜਾਣ ਦੇ ਲਈ ਇਹ ਖਤਰਾ ਮੁੱਲ ਲੈਂਦੇ ਨੇ। ਭਾਵੇਂ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਇਸ ਦੌਰਾਨ ਮੌਤ ਹੋ ਚੁੱਕੀ ਹੈ, ਪਰ ਫਿਰ ਵੀ ਲੋਕਾਂ ਦਾ ਇਸ ਪਾਸੇ ਰੁਝਾਨ ਵੱਧਦਾ ਜਾ ਰਿਹਾ। ਬੀਤੇ ਸਾਲ ਜਿੱਥੇ ਕੈਨੇਡਾ ਵਾਲੇ ਪਾਸਿਓਂ ਅਮਰੀਕੀ ਸਰਹੱਦ ਪਾਰ ਕਰ ਰਹੇ 4 ਜੀਆਂ ਦਾ ਗੁਜਰਾਤੀ ਪਰਿਵਾਰ ਠੰਡ ਵਿੱਚ ਜੰਮ ਕੇ ਮੌਤ ਦੇ ਮੂੰਹ 'ਚ ਚਲਾ ਗਿਆ ਸੀ, ਉੱਥੇ ਹੁਣ ਆਪਣੀ ਪਤਨੀ ਤੇ ਬੱਚੇ ਸਣੇ ਮੈਕਸੀਕੋ ਦੀ ਕੰਧ ਟੱਪਦੇ ਇੱਕ ਗੁਜਰਾਤੀ ਦੀ ਮੌਤ ਹੋ ਗਈ ਹੈ, ਜਦੋਂ ਕਿ ਉਸ ਦੀ ਪਤਨੀ ਤੇ ਬੱਚਾ ਗੰਭੀਰ ਜ਼ਖਮੀ ਹੋਏ। ਅਮਰੀਕਾ ਕੈਨੇਡਾ ਵਿੱਚ ਇਸ ਸਾਲ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਭਾਰੀ ਬਰਫ਼ਬਾਰੀ ਹੋ ਰਹੀ ਹੈ ਔਰ ਇਸਨੇ ਤਬਾਹੀ ਮਚਾਈ ਹੋਈ ਹੈ। ਫਲਾਈਟ ਟਰੈਕਿੰਗ ਵੈਬਸਾਈਟ ਫਲਾਈਟ ਅਵੇਅਰ ਮੁਤਾਬਕ ਨਿਊਯਾਰਕ, ਸਿਆਟਲ ਅਤੇ ਸ਼ਿਕਾਗੋ ਦੇ ਓਹੇਅਰ 'ਚ ਕਈ ਅੰਤਰਰਾਸ਼ਟਰੀ ਹੱਬਾਂ ਵਿੱਚ ਸ਼ੁੱਕਰਵਾਰ ਨੂੰ ਲਗਭਗ 5000 US ਉਡਾਣਾਂ ਨੂੰ ਰੱਦ ਕਰ ਦਿੱਤਾ ਤੇ ਹੋਰ 7600 ਦਾ ਸਮਾਂ ਬਦਲ ਦਿੱਤਾ। NWS ਨੇ ਟਵੀਟ ਕੀਤਾ ਕਿ ਟੋਰਾਂਟੋ ਵਿੱਚ ਮੌਸਮ ਵਿਗਿਆਨੀ ਖੇਲਸੀ ਨੇ ਏਰੀ ਝੀਲ ਵਿੱਚ 26 ਫੁੱਟ ਤੱਕ ਦੀਆਂ ਲਹਿਰਾਂ ਦੀ ਰਿਪੋਰਟ ਕੀਤੀ ਹੈ, ਜਦੋਂ ਕਿ ਫੇਅਰਪੋਰਟ ਹਾਰਵਰਡ ਓਹੀਓ ਵਿੱਚ 74 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਦੀ ਰਿਪੋਰਟ ਵੀ ਕੀਤੀ ਹੈ। ਔਰ ਲਗਾਤਾਰ ਅਮਰੀਕਾ ਕੈਨੇਡਾ ਦੇ ਵਿੱਚ ਵੱਖਰੇ ਹਵਾਈ ਅੱਡਿਆਂ ਤੇ ਜਿਹੜੀਆਂ ਉਡਾਣਾਂ ਨੇ ਉਹ ਰੱਦ ਹੋ ਰਹੀਆਂ ਨੇ ਤੇ ਜੇ ਬਹੁਤ ਸਾਰੇ ਯਾਤਰੀ ਹਵਾਈ ਅੱਡੇ ਤੇ ਪਹੁੰਚਦੇ ਨੇ ਤਾਂ ਉਡਾਣਾਂ ਦੀ ਦੇਰੀ ਦੇ ਕਾਰਨ ਵੀ ਯਾਤਰਾ ਦੇ ਵਿੱਚ ਉਹਨਾਂ ਨੂੰ ਦੇਰੀ ਹੋ ਰਹੀ ਹੈ। ਕੈਨੇਡਾ ਨੇ ਇਸ ਸਾਲ ਨਵੰਬਰ ਦੇ ਅੰਤ ਤੱਕ ਰਿਕਾਰਡ 48 ਲੱਖ ਆਵਾਸ ਅਰਜ਼ੀਆਂ ਪ੍ਰਕਿਰਿਆ 'ਚੋਂ ਲੰਘਾ ਕੇ ਰਿਕਾਰਡ ਕਾਇਮ ਕੀਤਾ ਹੈ। ਆਵਾਸ ਵਿਭਾਗ ਨੇ ਦੱਸਿਆ ਕਿ ਪਿਛਲੇ ਸਾਲ ਇਸ ਸਮੇਂ ਤੱਕ 25 ਲੱਖ ਅਰਜ਼ੀਆਂ ਤੇ ਵਿਚਾਰ ਕੰਮ ਮੁਕੰਮਲ ਕੀਤਾ ਗਿਆ ਸੀ। ਕੈਨੇਡਾ ਦੇ ਆਵਾਸ ਤੇ ਨਾਗਰਿਕਤਾ ਵਿਭਾਗ ਨੇ ਕਿਹਾ ਹੈ ਕਿ ਆਵਾਸ ਕੈਨੇਡਾ ਦੀ ਆਰਥਿਕਤਾ ਤੇ ਸਾਡੇ ਭਾਈਚਾਰਿਆਂ ਦੇ ਲਈ ਜ਼ਰੂਰੀ ਹੈ। ਨਵੇਂ ਆਉਣ ਵਾਲੇ ਲੋਕਾਂ ਨੇ ਸਾਡੇ ਮੁਲਕ ਦੀ ਉਸਾਰੀ ਵਿੱਚ ਮਦਦ ਕੀਤੀ, ਉਹ ਮਹਾਮਾਰੀ ਦੌਰਾਨ ਅੱਗੇ ਹੋ ਕੇ ਡਟੇ ਰਹੇ ਤੇ ਸਾਡੀ ਸਫਲਤਾ ਦੀ ਅਹਿਮ ਕੜੀ ਰਹੇ। ਆਵਾਸ ਮੰਤਰੀ ਫਰੇਜ਼ਰ ਨੇ ਕਿਹਾ ਹੈ ਕਿ ਸਰਕਾਰ ਮਹਾਮਾਰੀ ਦਾ ਬੈਕਲੌਗ ਕੱਢਣ 'ਚ ਲੱਗੀ ਹੋਈ ਹੈ। ਇਹਨਾਂ ਨੂੰ ਕਰੀਬ 5 ਲੱਖ ਤੱਕ ਘਟਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਸਾਲ ਨਵੰਬਰ ਤੱਕ IRCC ਨੇ 6,70,000 ਤੋਂ ਵੱਧ ਸਟੱਡੀ ਪਰਮਿਟ ਪ੍ਰਕਿਰਿਆ ਤੋਂ ਲੰਘਾਏ ਨੇ। ਇਸ ਦੌਰਾਨ ਕਰੀਬ 7 ਲੱਖ ਵਰਕ ਪਰਮਿਟ ਦੀਆਂ ਅਰਜ਼ੀਆਂ ਉੱਤੇ ਕੰਮ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮਹੀਨਾਵਾਰ ਵਿਭਾਗ ਹੁਣ ਜ਼ਿਆਦਾ ਵਿਜ਼ਿਟਰ ਵੀਜ਼ਾ ਅਰਜ਼ੀਆਂ ਉੱਤੇ ਕੰਮ ਕਰ ਰਿਹਾ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਸਨ 2021 ਚ ਰਿਕਾਰਡ 4,05,000 ਨਵੇਂ PR ਧਾਰਕ ਪਹੁੰਚੇ। ਇਹਨਾਂ ਨੂੰ ਹੋਰ ਵੱਧ ਲੋਕਾਂ ਨੂੰ ਸੱਦਣ ਦਾ ਟੀਚਾ ਮਿੱਥਿਆ ਗਿਆ। ਵਿਭਾਗ ਨੇ ਅਰਜ਼ੀਆਂ ਨੂੰ ਡਿਜੀਟਲ ਰੂਪ ਦਿੱਤਾ, ਨਵੇਂ ਮੁਲਾਜ਼ਮ ਰੱਖੇ ਗਏ, ਪ੍ਰਕਿਰਿਆ ਨੂੰ ਕਾਰਗਰ ਬਣਾਇਆ ਗਿਆ। ਇਸ ਤੋਂ ਇਲਾਵਾ ਆਟੋਮੇਸ਼ਨ ਤਕਨੀਕ ਦਾ ਵੀ ਸਹਾਰਾ ਲਿਆ ਗਿਆ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਬੀਤੇ ਮਹੀਨਿਆਂ ਦੇ ਦੌਰਾਨ ਲਗਾਤਾਰ ਜਿਹੜੀਆਂ ਰਿਕਾਰਡ ਤੋੜ ਅਰਜ਼ੀਆਂ ਦਾ ਨਿਪਟਾਰਾ ਆਪਾਂ ਕਰ ਰਹੇ ਹਾਂ, ਜਿਸ ਦੇ ਨਾਲ ਮੰਤਰਾਲੇ ਦੇ ਕੋਲ ਪੁੱਜੀਆਂ ਹੋਈਆਂ ਅਰਜ਼ੀਆਂ ਦਾ ਬੈਕਲੌਗ ਘੱਟ ਕਰਨ ਦੇ ਵਿੱਚ ਮਦਦ ਮਿਲ ਰਹੀ ਹੈ ਤੇ 3 ਨਵੰਬਰ ਤੱਕ ਸਟੱਡੀ ਪਰਮਿਟ ਦੀਆਂ ਲਗਭਗ 6,70,000 ਅਰਜ਼ੀਆਂ ਨਿਪਟਾਈਆਂ ਗਈਆਂ ਨੇ ਔਰ ਜਿਹੜੀ ਵੱਡੀ ਗਿਣਤੀ ਦੇ ਵਿੱਚ ਸਟੱਡੀ ਪਰਮਿਟ ਦੀ ਨਵੀਂ ਅਰਜ਼ੀ ਦਾ ਨਿਪਟਾਰਾ 2 ਮਹੀਨਿਆਂ ਦੇ ਅੰਦਰ ਕਰ ਦਿੱਤਾ ਜਾਂਦਾ ਹੈ। ਮੰਤਰੀ ਨੇ ਕਿਹਾ ਹੈ ਕਿ ਇਸ ਸਾਲ ਦੌਰਾਨ ਵਿਦੇਸ਼ੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕਰਨ ਦਾ ਇੱਕ ਨਵਾਂ ਰਿਕਾਰਡ ਸਥਾਪਿਤ ਹੋਏਗਾ। 3 ਨਵੰਬਰ ਤੱਕ ਇੰਨੀਆਂ ਵਿਦੇਸ਼ੀ ਕਾਮਿਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਦਾ ਵੀ ਫੈਸਲਾ ਕੀਤਾ ਜਾ ਚੁੱਕਿਆ ਹੈ, ਜੋ ਕਿ ਪਹਿਲਾਂ ਨਾਲੋਂ 3 ਗੁਣਾ ਵੱਧ ਹੈ। ਇਸ ਦੌਰਾਨ ਕੈਨੇਡਾ ਦੇ ਸੈਲਾਨੀ ਵੀਜ਼ਾ ਦੀਆਂ ਅਰਜ਼ੀਆਂ ਦੇ ਨਿਪਟਾਰੇ ਦੇ ਵਿੱਚ ਵੀ ਤੇਜ਼ੀ ਆਈ ਹੈ, ਜਿਸ ਤਹਿਤ ਨਵੰਬਰ ਮਹੀਨੇ ਦੇ 30 ਦਿਨਾਂ ਦੇ ਦੌਰਾਨ 2,60,000 ਤੋਂ ਵੱਧ ਅਰਜ਼ੀਆਂ ਦਾ ਫੈਸਲਾ ਕੀਤਾ ਗਿਆ। ਮੰਤਰੀ ਨੇ ਕਿਹਾ ਕਿ 2022 ਦੇ ਦੌਰਾਨ 4,31,000 ਨਵੇਂ ਪ੍ਰਵਾਸੀਆਂ ਨੂੰ ਦੇਸ਼ ਵਿੱਚ ਪੱਕੇ ਤੌਰ ਤੇ ਵਸਣ ਦਾ ਟੀਚਾ ਵੀ 31 ਦਸੰਬਰ ਤੱਕ ਪੂਰਾ ਕਰ ਲਿਆ ਜਾਏਗਾ। ਉਹਨਾਂ ਨੇ ਕਿਹਾ ਕਿ ਐਕਸਪ੍ਰੈਸ ਐਂਟਰੀ ਦੇ ਡਰਾਅ ਤੋਂ ਬਾਅਦ ਪੱਕੇ ਵੀਜ਼ੇ ਦੀ ਅਰਜ਼ੀ ਦਾ ਨਿਪਟਾਰਾ 6 ਮਹੀਨਿਆਂ ਵਿੱਚ ਅਤੇ ਵਿਆਹ ਦੇ ਕਿਸ਼ਤਾਂ ਦਾ ਨਿਪਟਾਰਾ 1 ਸਾਲ ਦੇ ਸਮੇਂ ਦੌਰਾਨ ਕੀਤਾ ਜਾ ਰਿਹਾ। ਬੀਤੇ 7 ਮਹੀਨਿਆਂ ਦੌਰਾਨ ਕਰੀਬ 2,51,000 ਵਿਦੇਸ਼ੀ ਨਾਗਰਿਕਾਂ ਵੱਲੋਂ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਕੀਤੀ ਗਈ ਹੈ ਅਤੇ ਨਾਗਰਿਕਤਾ ਦੀ ਨਵੀਂ ਅਰਜ਼ੀ ਦਾ ਨਿਪਟਾਰਾ ਕਰਨ ਨੂੰ ਲਗਭਗ 2 ਸਾਲ ਲੱਗ ਰਹੇ ਨੇ। ਮੰਤਰੀ ਨੇ ਕਿਹਾ ਕਿ ਅਰਜ਼ੀਆਂ ਜਮ੍ਹਾਂ ਕਰਵਾਉਣ ਦਾ ਸਿਸਟਮ ਆਨਲਾਈਨ ਕਰਨ ਅਤੇ ਮੰਤਰਾਲਾ ਵੱਲੋਂ ਨਵਾਂ ਸਟਾਫ ਭਰਤੀ ਕੀਤੇ ਜਾਣ ਤੋਂ ਬਾਅਦ ਅਰਜ਼ੀਆਂ ਦਾ ਨਿਪਟਾਰਾ ਜਲਦੀ ਕੀਤਾ ਜਾ ਸਕਿਆ।
मिली जानकारी के अनुसार अजे भी कैनेडा इमीग्रेशन मंत्रालय के कोल लगभग 22 लाख अर्जियां पईयां ने, जिन्हां दा फैसला अगले महीनों दौरान किया जाएगा। ओटावा दे विच भारती हाई कमिशन ने मंगलवार नूं कैनेडियन पासपोर्ट धारकां दे लई ई वीज़ा सहूलत नूं बहाल करन दा ऐलान किया। ओटावा विच भारती हाई कमिशन ने कहा कि कैनेडियन पासपोर्ट धारकां दे लई ई वीज़ा सहूलत 20 दसंबर 2022 तो बहाल कर दी गई है। उन्होंने कहा कि कैनेडियन पासपोर्ट धारक टूरिज्म, कारोबार, मैडिकल जां कॉन्फ्रेंस के उद्देश्यों के लिए भारत आना चाहते हैं, ਉਹੀ ਵੀਜ਼ਾ ਦੇ ਲਈ ਅਪਲਾਈ ਕਰ ਸਕਦੇ ਨੇ, ਯਾਨੀ ਕਿ ਈ ਵੀਜ਼ਾ ਦੇ ਲਈ ਉਹੀ ਅਪਲਾਈ ਕਰ ਸਕਦੇ ਨੇ ਤੇ ਇਸ ਵਿੱਚ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰ ਸਕਦੇ ਨੇ। ਹਾਈ ਕਮਿਸ਼ਨ ਨੇ ਕਿਹਾ ਕਿ ਕੈਨੇਡੀਅਨ ਪਾਸਪੋਰਟ ਧਾਰਕ ਜੋ ਕਿਸੇ ਵੀ ਉਦੇਸ਼ ਦੇ ਲਈ ਭਾਰਤ ਦੀ ਯਾਤਰਾ ਕਰਨਾ ਚਾਹੁੰਦੇ ਨੇ, ਜੋ ਈ ਵੀਜ਼ਾ ਦੇ ਲਈ ਯੋਗ ਨਹੀਂ ਹਨ, ਉਹ ਕਾਗਜ਼ੀ ਵੀਜ਼ਾ ਦੇ ਲਈ ਅਰਜ਼ੀ ਦੇ ਸਕਦੇ ਨੇ। उन्होंने कहा कि इस दे लई एक ही प्रक्रिया लाइसेंस, पास, यात्रा दस्तावेज धारकों के लिए लागू होंदा है। इस तो इलावा भारतीय हाई कमिशन ने कहा कि जिन्होंने लोगों ने कनेडा विच वख-वख BLS केंद्रां राहीं वीज़ा लई अर्जी दी है, उन्होंने इस दे जारी होने की उड़ीक करने की सलाह दी जाती है। भारतीय हाई कमिशन के बयान विच कहा गया है कि इस तरह दी सारियां अर्जियां ते पहल के आधार पर कार्रवाई की जाएगी। बिनेकार जो अपन संबंधित वीज़ा अर्जियां वापस लेना चाहते हैं, वो वापस लैण की अर्जी ते क्लिक करके ऑप्शन की चोण करके अजिहा कर सकते हैं। उन्होंने कहा कि जिन्होंने लोगों ने कैनेडा के BLS केंद्रां ते टूरिस्ट, बिजनेस, मैडिकल जां कन्वेंशन वीज़ा लई अप्लाई करने के लिए अपॉइंटमेंट्स बुक कीतियां ने, तां हुण इस दी बजाय ई वीज़ा लई अप्लाई करना चाहते हैं। उन्होंने बेनती की जाती है कि वह अपना अपॉइंटमेंट स्लॉट खाली कर दें तां जो होर लोग वीज़ा लै सकन। दस दिए कि पिछले महीने कौंसलर वीज़ा ते आपसी कानूनी सहायता सहयोग बारे चर्चा करने के लिए भारत कनेडा कौंसलर वार्तालाप आयोजित की गई। कौंसलर वार्ता विच भारतीय पक्ष ने कौंसलर अते वीज़ा मुद्दे उठाए, जिस विच कैनेडियन वीज़ा ते वर्क परमिट हासिल करन च लगियां समस्यावां अते समा शामिल रहा। दोवें धिरां ने वीज़ा देरी नूं घटाउण समेत नागरिक केंद्रित मुद्दਿਆਂ ते हल लई काम करना जारी रखण दे लई अपनी वचनबद्धता नूं दोहराया। फ्रांस दूतावास तो 64 लोगों के शैंगन वीज़ा नाल संबंधित फाइलां गायब हो गई ने, जिन्हां नूं कथित तौर पर जाली दस्तावेज़ां के आधार पर वीज़ा जारी किया गया। ये जानकारी सोमवार को अधिकारियों ने दी। केंद्रीय जांच ब्यूरो ने वीज़ा धोखाधड़ी के एक कथित मामले एक फ्रांसीसी दूतावास के 2 साबका कर्मचारियों समेत कई लोगों खिलाफ FIR दर्ज की। एजेंसी ने दोष लगाया सीगा कि दूतावास के वीज़ा विभाग के साबका कर्मचारी शुभम शौकीन और आरती मंडल ने जनवरी तो मई दरमियान होर लोगों नाल मिलकर साजिश रच के धोखाधड़ी नाल उन्हां लोगों नूं वीज़े जारी किए जो इसके योग नहीं सन। वीज़ा संबंधी मंजूरी देने बदले उन्होंने लोगों तो कथित तौर पर प्रति वीज़ा 50,000 रुपए लिए 32 लाख रुपए कमाए। अधिकारियों ने दस्सिया कि शौकीन मंडल ने 1 जनवरी तो 6 मई दरमियान वीज़ा संबंधित 448 फाइलों पर काम किया, जिन्हां 164 उन्हां लोगों नाल जुड़ियां सन जिन्हां दा कथित तौर पर देश छड्ड जाण दा खतरा वध सी। इन्हां विच पंजाब के नौजवान किसान जां बेरोजगार शामिल ने, जिन्हां ने पहलां कदे भी विदेश यात्रा नहीं की ते शैंगन वीज़ा प्राप्त करने के योग नहीं सन। एजेंसी नूं शक है कि मंडल अते शौकीन ने कथित तौर पर अपनियां गैर कानूनी गतिविधियां के सबूत मिटाउण वास्ते वीज़ा विभाग के दस्तावेज़ां ते फाइलां नष्ट कर दित्तियां। आस्ट्रेलिया ते भारत दरमियान हुए आर्थिक सहयोग और व्यापारक समझौते तहत हुण 18 तो 30 साल की उम्र के योग नौजवान भारतीयों नूं नवे वर्किंग हॉलीडे प्रोग्राम तहत 1 साल का वीज़ा दिता जाएगा। इस विच हर साल 1000 सीटां रखियां गईयां ने ते यह 29 दसंबर तो लागू हो जाएगा। इमीग्रेशन विभाग के अनुसार इस समझौते के लागू होने तो 2 सालों के अंदर वर्क और हॉलीडे वीज़ा लागू हो जाएंगे। इस नाल दोवें पासे मुफ्त व्यापार का राह पद्धरा होएगा। गृह विभाग के मुताबक आस्ट्रेलिया मौजूदा समय में 47 देशों नाल वर्किंग हॉलीडे मेकर प्रोग्राम चला रहा। सरकार कोविड-19 महामारी के समय तो देश की आर्थिक मजबूती के लिए वर्किंग हॉलीडे मेकर प्रोग्राम नूं पहल दे रही है। इस प्रोग्राम दे विच वर्किंग हॉलीडे वीज़ा अते वर्क एंड हॉलीडे क्लास वीज़ा शामिल ने। वीज़ा माहिर मानते हैं कि भारतीय बैकपैकर वर्क एंड हॉलीडे वीज़ा दे विच वधेरे रुचि लैणगे, पर विनेकारां दे लई वीज़ा शर्तां च अंग्रेजी भाषा का ज्ञान अते निजी सहायता लई लोड़ींदे फंड की लोड़ शामिल है। जनवरी तो 31 अक्तूबर 2022 के दौरान 1,43,637 वर्किंग हॉलीडे मेकर वीज़ा अर्जियां दाखिल हुई ने।
ਕੋਵਿਡ ਯਾਤਰਾ ਪਾਬੰਦੀਆਂ ਵਿੱਚ ਢਿੱਲ ਦੇਣ ਤੋਂ ਬਾਅਦ ਮੁੱਖ ਤੌਰ ਤੇ ਪੰਜਾਬ ਤੋਂ ਉੱਚ ਪੜ੍ਹਾਈ ਕਰਨ ਦੇ ਲਈ ਕੈਨੇਡਾ, ਯੂਕੇ ਅਤੇ ਯੂਐਸਏ ਦੇ ਵਾਂਗ ਆਸਟ੍ਰੇਲੀਆ ਵੀ ਭਾਰਤੀ ਵਿਦਿਆਰਥੀਆਂ ਦੀ ਸਿਖਰਲੀ ਸੂਚੀ ਵਿੱਚ ਹੈ। ਪਿਛਲੇ 1 ਸਾਲ ਤੋਂ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵੀਜ਼ਾ ਦੇ ਲਈ ਅਰਜ਼ੀਆਂ ਦੇ ਰਹੇ ਨੇ, ਪਰ ਆਸਟ੍ਰੇਲੀਆਈ ਇਮੀਗ੍ਰੇਸ਼ਨ ਵਿਭਾਗ ਸ਼ੁਰੂਆਤੀ ਚੰਗੇ ਹੁੰਗਾਰੇ ਤੋਂ ਬਾਅਦ ਬਿਨਾਂ ਕਿਸੇ ਤੁਕ ਜਾਂ ਕਾਰਨ ਦੇ ਅਰਜ਼ੀਆਂ ਨੂੰ ਰੱਦ ਕਰ ਰਿਹਾ। ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਆਸਟ੍ਰੇਲੀਅਨ ਅਧਿਕਾਰੀ ਅਪਾਰਦਰਸ਼ੀ ਅਤੇ ਗੈਰ ਪਾਰਦਰਸ਼ੀ ਪ੍ਰਣਾਲੀ ਅਪਣਾ ਕੇ ਵਿਦਿਆਰਥੀ ਵੀਜ਼ਾ ਰੱਦ ਕਰ ਰਹੇ ਨੇ। ਆਸਟ੍ਰੇਲੀਅਨ ਸਰਕਾਰ ਵਿਦਿਆਰਥੀਆਂ ਨੂੰ ਆਪਣੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਦੀ ਆਗਿਆ ਦਿੰਦੀ ਹੈ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੂੰ 2 ਤੋਂ 4 ਸਾਲਾਂ ਤੱਕ ਕੰਮ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਪਰਮਨੈਂਟ ਰੈਜ਼ੀਡੈਂਸੀ ਲਈ ਵੀ ਵਿਕਲਪ ਉਪਲਬਧ ਨੇ ਅਤੇ ਚਾਹਵਾਨ ਵਿਦਿਆਰਥੀ ਅਜਿਹੀਆਂ ਅਨੁਕੂਲ ਸਹੂਲਤਾਂ ਨੂੰ ਪਸੰਦ ਕਰਦੇ ਨੇ। ਮਾਹਿਰਾਂ ਨੇ ਕਿਹਾ ਕਿ ਹਾਲਾਂਕਿ ਆਸਟ੍ਰੇਲੀਆ, ਯੂਕੇ ਤੇ ਕੈਨੇਡਾ ਵਿੱਚ ਪੜ੍ਹਾਈ ਦੇ ਖਰਚੇ ਲਗਭਗ ਇੱਕੋ ਜਿਹੇ ਨੇ, ਜਦਕਿ ਦੂਜੇ ਦੇਸ਼ਾਂ ਦੇ ਵਿੱਚ 1 ਸਾਲ ਦੀ ਐਡਵਾਂਸ ਫੀਸ ਅਤੇ 1 ਸਾਲ ਦੇ ਰਹਿਣ ਦੇ ਖਰਚੇ ਦਾ ਭੁਗਤਾਨ ਕਰਨਾ ਪੈਂਦਾ ਹੈ। ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਨੂੰ 1 ਸਮੈਸਟਰ ਦੀ ਫੀਸ ਪਹਿਲਾਂ ਅਦਾ ਕਰਨਾ ਪੈਂਦੀ ਹੈ ਅਤੇ ਰਹਿਣ ਦੇ ਖਰਚਿਆਂ ਦੇ ਲਈ ਉਹਨਾਂ ਨੂੰ ਅਗਾਊਂ ਭੁਗਤਾਨ ਕਰਨ ਦੀ ਬਜਾਏ ਆਪਣੇ ਸੰਬੰਧਿਤ ਖਾਤਿਆਂ 'ਚ ਫੰਡ ਦਿਖਾਉਣ ਦੀ ਲੋੜ ਹੁੰਦੀ ਹੈ। ਆਸਟ੍ਰੇਲੀਆਈ ਵਿਦਿਆਰਥੀ ਵੀਜ਼ਾ ਦੇ ਲਈ ਆਇਲਸ ਦੇ ਹਰੇਕ ਮੋਡਿਊਲ ਦੇ ਵਿੱਚ 5.5 ਬੈਂਡ ਅਤੇ ਆਰਟਸ, ਬਿਜ਼ਨਸ ਅਤੇ ਇੰਜੀਨੀਅਰਿੰਗ ਵਿੱਚ ਸਰਟੀਫਿਕੇਟ ਅਤੇ ਡਿਪਲੋਮਾ ਲਈ ਕੁੱਲ 6 ਬੈਂਡਾਂ ਦੀ ਲੋੜ ਹੁੰਦੀ ਹੈ ਅਤੇ ਜ਼ਿਆਦਾਤਰ ਵਿਦਿਆਰਥੀ ਅਜਿਹੇ ਕੋਰਸਾਂ ਦੀ ਚੋਣ ਕਰਦੇ ਨੇ। ਇੱਕ ਮਾਹਿਰ ਨੇ ਕਿਹਾ ਕਿ ਬੈਚਲਰ ਅਤੇ ਮਾਸਟਰ ਡਿਗਰੀ ਦੇ ਲਈ 6 ਤੋਂ 6.5 ਬੈਂਡ ਦੀ ਵੀ ਲੋੜ ਹੁੰਦੀ ਹੈ। ਆਸਟ੍ਰੇਲੀਆ ਸਰਕਾਰ ਨੇ ਬਬਾਬਤ ਵੀਜ਼ਾ ਟ੍ਰਿਬਿਊਨਲ ਨੂੰ ਰੱਦ ਕਰ ਦਿੱਤਾ। ਇਸ ਫੈਸਲੇ ਦੇ ਨਾਲ ਦੇਸ਼ ਵਿੱਚ ਸ਼ਰਨ ਮੰਗਣ ਵਾਲਿਆਂ ਦੀ ਨੁਮਾਇੰਦਗੀ ਕਰਨ ਵਾਲੇ ਆਸਟ੍ਰੇਲੀਆਈ ਵਕੀਲ, ਜਿਨ੍ਹਾਂ ਦੇ ਕੇਸ ਐਡਮਿਨਿਸਟ੍ਰੇਟਿਵ ਅਪੀਲ ਟ੍ਰਿਬਿਊਨਲ ਦੇ ਸਾਹਮਣੇ ਅਸਫਲ ਰਹੇ ਹਨ, ਉਮੀਦ ਕਰ ਰਹੇ ਨੇ ਕਿ ਹੁਣ ਇੱਕ ਕੁਸ਼ਲ ਟ੍ਰਿਬਿਊਨਲ ਲੋੜਵੰਦਾਂ ਨੂੰ ਨਿਆਂ ਪ੍ਰਦਾਨ ਕਰੇਗਾ। ਦੱਸਣਯੋਗ ਹੈ ਕਿ ਸਰਕਾਰ ਨੇ ਪਿਛਲੀ ਸਰਕਾਰ ਦੇ ਵਿਵਾਦਤ ਟ੍ਰਿਬਿਊਨਲ ਨੂੰ ਰੱਦ ਕਰਦਿਆਂ ਨਵੀਂ ਕੁਸ਼ਲ ਨੀਤੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਸ਼ਰਨਾਰਥੀ ਸਲਾਹਕਾਰ ਦਾ ਕਹਿਣਾ ਹੈ ਕਿ ਵੀਜ਼ਾ ਟ੍ਰਿਬਿਊਨਲ ਦੇ ਨਕਾਰਾਤਮਕ ਫੈਸਲਿਆਂ ਦਾ ਸ਼ਿਕਾਰ ਹੋਏ ਲੋਕਾਂ ਲਈ ਹੁਣ ਉਹਨਾਂ ਨੂੰ ਜਵਾਬਦੇਹੀ ਦੀ ਉਡੀਕ ਹੈ। ਉਹਨਾਂ ਨੇ ਕਿਹਾ ਕਿ 2018-21 ਦੇ ਦੌਰਾਨ ਯਾਨੀ ਕਿ 2018-2021 ਦੇ ਦੌਰਾਨ 38% ਦੇ ਕੇਸਾਂ ਦੀ ਅਦਾਲਤ ਵੱਲੋਂ ਸਮੀਖਿਆ ਕੀਤੀ ਗਈ, ਜਿਨ੍ਹਾਂ ਵਿੱਚ ਰੱਦ ਕੀਤੇ ਗਏ ਗੈਰ ਕਾਨੂੰਨੀ ਪਾਏ ਗਏ ਵੀਜ਼ੇ ਔਰ ਮਾਮਲੇ ਵੀ ਸ਼ਾਮਲ ਨੇ। ਆਸਟ੍ਰੇਲੀਆ ਦੀ ਰਿਫਿਊਜੀ ਕੌਂਸਲ ਦੇ CEO ਪਾਲ ਪਾਵਰ ਨੇ ਕਿਹਾ ਕਿ ਵੀਜ਼ਾ ਟ੍ਰਿਬਿਊਨਲ ਦਾ ਗਠਨ ਕਰਕੇ ਆਸਟ੍ਰੇਲੀਆ ਦੀ ਅਖੰਡਤਾ ਨੂੰ ਕਲੰਕਿਤ ਕੀਤਾ ਗਿਆ ਸੀ। ਇੱਕ ਜਾਣਕਾਰੀ ਦੇ ਅਨੁਸਾਰ ਪਿਛਲੇ ਬੈਕਲੌਗ ਦੇ ਹਜ਼ਾਰਾਂ ਮਾਮਲਿਆਂ ਨੂੰ ਹੱਲ ਕਰਨ ਦੇ ਲਈ 75 ਵਾਧੂ ਮੈਂਬਰ ਨਿਯੁਕਤ ਕੀਤੇ ਜਾਣਗੇ। ਬਰਤਾਨੀਆ ਸਰਕਾਰ ਦਾ ਗੈਰ ਕਾਨੂੰਨੀ ਢੰਗ ਨਾਲ ਸਮੁੰਦਰੀ ਰਸਤੇ ਰਾਹੀਂ ਯੂਕੇ ਦਾਖਲ ਹੋਣ ਵਾਲੇ ਲੋਕਾਂ ਨੂੰ ਰਵਾਂਡਾ ਭੇਜਣ ਦਾ ਰਾਹ ਖੁੱਲ੍ਹ ਗਿਆ। ਬੀਤੇ ਕੱਲ੍ਹ ਲੰਡਨ ਹਾਈ ਕੋਰਟ ਵੱਲੋਂ ਮਨੁੱਖੀ ਅਧਿਕਾਰਾਂ ਨੂੰ ਆਧਾਰ ਬਣਾ ਕੇ ਬਰਤਾਨਵੀ ਸਰਕਾਰ ਦੇ ਉਕਤ ਫੈਸਲੇ ਨੂੰ ਦਿੱਤੀ ਚੁਣੌਤੀ ਨੂੰ ਠੁਕਰਾ ਦਿੱਤਾ। 14 ਜੂਨ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਉਡਾਣ ਰਵਾਂਡਾ ਲਈ ਰਵਾਨਾ ਹੋਣ ਵਾਲੀ ਸੀ, ਜਿਸ ਉਡਾਣ ਨੂੰ ਯੂਰਪੀ ਅਦਾਲਤ ਦੇ ਫੈਸਲੇ ਤੋਂ ਬਾਅਦ ਰੋਕ ਲਿਆ ਗਿਆ। ਲੰਡਨ ਹਾਈ ਕੋਰਟ ਦੇ ਸੀਨੀਅਰ ਜੱਜਾਂ ਨੇ ਸਰਕਾਰ ਦੀ ਉਕਤ ਨੀਤੀ ਵਿਰੁੱਧ ਚੁਣੌਤੀ ਨੂੰ ਠੁਕਰਾ ਦਿੱਤਾ, ਪਰ ਨਾਲ ਹੀ 8 ਸ਼ਰਨਾਰਥੀਆਂ ਦੇ ਹੱਕ 'ਚ ਫੈਸਲਾ ਦਿੰਦਿਆਂ ਕਿਹਾ ਕਿ ਸਰਕਾਰ ਨੇ ਵਿਅਕਤੀਗਤ ਮਾਮਲਿਆਂ 'ਚ ਗਲਤ ਕੰਮ ਕੀਤਾ ਹੈ। ਸੰਯੁਕਤ ਅਰਬ ਅਮੀਰਾਤ ਦੇ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਇਸ ਦੇਸ਼ ਦੀ ਯਾਤਰਾ ਦੇ ਲਈ ਪਾਸਪੋਰਟ ਅਤੇ ਟਿਕਟ ਨੂੰ ਲੈ ਕੇ ਜਾਣ ਦੀ ਲੋੜ ਨਹੀਂ ਹੋਏਗੀ। ਖਲੀਜ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ UAE ਨੇ ਆਬੂ ਤਾਬੂ ਹਵਾਈ ਅੱਡੇ ਤੇ ਬਾਇਓਮੈਟ੍ਰਿਕ ਸੇਵਾ ਸ਼ੁਰੂ ਕੀਤੀ ਹੈ, ਜਿਸ ਤਹਿਤ ਹੁਣ ਕਿਸੇ ਪਾਸਪੋਰਟ ਜਾਂ ਟਿਕਟ ਦੀ ਲੋੜ ਨਹੀਂ ਹੋਏਗੀ ਅਤੇ ਹਰ ਯਾਤਰੀ ਦੇ ਬੋਰਡਿੰਗ ਪਾਸ ਤੇ ਉਸਦਾ ਚਿਹਰਾ ਹੋਏਗਾ। ਹੁਣ ਇਸ ਨਵੀਂ ਸਹੂਲਤ ਦੇ ਜ਼ਰੀਏ ਯਾਤਰੀ 에ਅਰਪੋਰਟ ਤੇ ਬੋਰਡਿੰਗ ਪਾਸ ਲੈਣ ਦੇ ਲਈ ਆਪਣੇ ਚਿਹਰੇ ਦੀ ਵਰਤੋਂ ਕਰ ਸਕਦੇ ਨੇ, ਕਿਉਂਕਿ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਵਿੱਚ ਵਿਅਕਤੀ ਦੀ ਪਛਾਣ ਉਸਦੇ ਚਿਹਰੇ, ਅੱਖਾਂ ਜਾਂ ਅੰਗੂਠੇ ਤੋਂ ਕੀਤੀ ਜਾਂਦੀ ਹੈ। ਚਿਹਰੇ ਦੀ ਪਛਾਣ ਸੇਵਾਵਾਂ ਨੂੰ ਚੋਣਵੇਂ ਸੈਲਫ ਸਰਵਿਸ ਬੈਗੇਜ ਟੱਚ ਪੁਆਇੰਟਾਂ, ਇਮੀਗ੍ਰੇਸ਼ਨ ਗੇਟਸ ਅਤੇ ਬੋਰਡਿੰਗ ਗੇਟਾਂ ਤੇ ਲਾਗੂ ਕੀਤਾ ਜਾਏਗਾ ਤੇ ਫਿਰ ਹਵਾਈ ਅੱਡੇ ਦੇ ਸਾਰੇ ਯਾਤਰੀ ਟੱਚ ਪੁਆਇੰਟ ਤੇ ਲਾਗੂ ਕੀਤਾ ਜਾਏਗਾ। ਇਸ ਐਡਵਾਂਸਡ AI ਟੈਕਨੋਲੋਜੀ ਨੂੰ ਆਬੂ ਧਾਬੀ ਸਥਿਤ ਤਕਨੀਕੀ ਕੰਪਨੀ ਨੈਕਸਟ 50 ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। ਸਰਕਾਰ ਸਾਲ 2023 ਤੋਂ ਦੇਸ਼ ਦੇ ਨਾਗਰਿਕਾਂ ਨੂੰ ਪਾਸਪੋਰਟ ਜਾਰੀ ਕਰੇਗੀ। ਭਾਰਤੀ ਮੰਤਰਾਲਾ ਨੇ ਦੱਸਿਆ ਕਿ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਅਤੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਸੇਵਾ ਇੰਕ ਨੇ ਮੰਤਰਾਲਾ ਨੂੰ ਵੱਖ-ਵੱਖ ਪ੍ਰੋਜੈਕਟਾਂ ਦੇ ਮਤੇ ਪੇਸ਼ ਕੀਤੇ ਨੇ, ਜਿਨ੍ਹਾਂ 'ਚ ਵਿਸਥਾਰਤ ਪ੍ਰੋਜੈਕਟ ਰਿਪੋਰਟ, ਕਮਰਸ਼ੀਅਲ ਅਤੇ ਖਰੜਾ ਕਰਾਰ ਸ਼ਾਮਲ ਨੇ। ਲੋਕ ਸਭਾ 'ਚ 2022-23 ਲਈ ਵਿਦੇਸ਼ ਮੰਤਰਾਲਾ ਦੀ ਫੰਡ ਦੀ ਮੰਗ ਦੇ ਵਿਦੇਸ਼ ਮੰਤਰਾਲਾ ਨਾਲ ਸੰਬੰਧਿਤ ਸੰਸਦੀ ਕਮੇਟੀ ਦੇ 12ਵੇਂ ਆਵੇਦਨ 'ਚ ਦਿੱਤੀਆਂ ਸਿਫਾਰਸ਼ਾਂ ਤੇ ਸਰਕਾਰ ਵੱਲੋਂ ਕੀਤੀ ਗਈ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।
ਹੁਨਰਮੰਦ ਕਾਮਿਆਂ ਦੀ ਭਾਰੀ ਕਮੀ ਨਾਲ ਜੂਝ ਰਹੇ ਯੂਰਪੀ ਦੇਸ਼ ਫਿਨਲੈਂਡ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ 2030 ਤੱਕ ਦੇਸ਼ ਵਿੱਚ ਆਉਣ ਵਾਲੇ ਕਾਮੇ ਪ੍ਰਵਾਸੀਆਂ ਦੀ ਗਿਣਤੀ ਦੁੱਗਣੀ ਕਰਨ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇੰਟਰਨਸ਼ਿਪ ਦੀ ਗਿਣਤੀ ਨੂੰ 3 ਗੁਣਾ ਕਰਨ ਦੀ ਯੋਜਨਾ ਬਣਾਈ ਹੈ। ਫਿਨਲੈਂਡ ਦੇ ਆਰਥਿਕ ਮਾਮਲਿਆਂ ਅਤੇ ਰੋਜ਼ਗਾਰ ਮੰਤਰੀ ਤੁਲਾ ਨੇ ਆਪਣੀ ਭਾਰਤ ਫੇਰੀ ਦੇ ਦੌਰਾਨ ਕਿਹਾ ਕਿ ਉਹਨਾਂ ਦਾ ਦੇਸ਼ ਭਾਰਤੀ ਕਾਮਿਆਂ ਦੇ ਲਈ ਢੁਕਵੀਂ ਥਾਂ ਹੈ ਔਰ ਵਿਦੇਸ਼ ਮੰਤਰੀ ਵੀ ਨਾਲ ਮੁਲਾਕਾਤ ਅਤੇ ਪ੍ਰਵਾਸ ਗਤੀਸ਼ੀਲਤਾ ਤੇ ਇੱਕ ਸੰਯੁਕਤ ਘੋਸ਼ਣਾ ਪੱਤਰ ਤੇ ਹਸਤਾਖਰ ਕਰਦੇ ਹੋਏ ਹੈਟਨ ਨੇ ਕਿਹਾ ਕਿ ਫਿਨਲੈਂਡ ਟੈਕਨੋਲੋਜੀ ਅਤੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਅਤੇ ਨਰਸਿੰਗ ਦੇ ਖੇਤਰਾਂ ਵਿੱਚ ਭਾਰਤੀ ਕਾਮਿਆਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਨੇ। ਹਾਲਾਂਕਿ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪ੍ਰਵਾਸੀਆਂ ਲਈ ਰਾਹ ਆਸਾਨ ਬਣਾਉਣ ਦੀ ਉਮੀਦ ਕਰਦੀ ਹੈ, ਪਰ ਨਾਗਰਿਕਤਾ ਦਾ ਰਸਤਾ ਫਿਲਹਾਲ ਉਪਲਬਧ ਨਹੀਂ ਹੋ ਸਕਦਾ। ਹੈਟਨੇਨ ਨੇ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਭਾਰਤ ਕੋਲ ਬਹੁਤ ਸਾਰੇ ਪ੍ਰਤਿਭਾਸ਼ਾਲੀ ਪੇਸ਼ੇਵਰ ਨੇ ਜਿਨ੍ਹਾਂ ਦੀ ਸਾਨੂੰ ਫਿਨਲੈਂਡ ਵਿੱਚ ਲੋੜ ਹੈ। ਸਾਨੂੰ ਵਧੇਰੇ ਕਾਰਜਬਲ, ਪ੍ਰਤਿਭਾ, ਪੇਸ਼ੇਵਰ ਅਤੇ ਹੁਨਰਮੰਦ ਲੋਕਾਂ ਦੀ ਲੋੜ ਹੈ। ਜੇਕਰ ਉਹ ਫਿਨਲੈਂਡ ਆਉਣਾ ਚਾਹੁੰਦੇ ਨੇ ਤਾਂ ਇਹ ਦੋਵਾਂ ਪੱਖਾਂ ਦੇ ਲਈ ਇੱਕ ਚੰਗਾ ਮੌਕਾ ਹੈ। ਇਸ ਸੰਦਰਭ ਦੇ ਵਿੱਚ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਵਿਦਿਆਰਥੀ, ਵਿਦਵਾਨਾਂ, ਖੋਜਕਰਤਾਵਾਂ, ਵਪਾਰੀਆਂ ਅਤੇ ਪੇਸ਼ੇਵਰਾਂ ਦੀ ਗਤੀਸ਼ੀਲਤਾ ਨੂੰ ਸੁਵਿਧਾਜਨਕ ਬਣਾਉਣ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦਾ ਮੁਕਾਬਲਾ ਕਰਨ ਦੇ ਇਰਾਦੇ ਦੇ ਨਾਲ ਸਾਂਝੇ ਘੋਸ਼ਣਾ ਪੱਤਰ ਤੇ ਪਿਛਲੇ ਹਫ਼ਤੇ ਹਸਤਾਖਰ ਕੀਤੇ ਗਏ। ਭਾਰਤ ਨੇ ਹਾਲ ਹੀ ਵਿੱਚ ਇਸ ਸਾਲ ਜਰਮਨੀ ਅਤੇ ਯੂਨਾਈਟਿਡ ਕਿੰਗਡਮ ਦੇ ਨਾਲ ਇਸੇ ਤਰ੍ਹਾਂ ਦੇ ਸਮਝੌਤਿਆਂ ਤੇ ਸਾਈਨ ਕੀਤੇ ਨੇ। ਹੁਨਰਮੰਦ ਭਾਰਤੀ ਮਜ਼ਦੂਰਾਂ ਵਿੱਚ ਦਿਲਚਸਪੀ ਯੂਰਪ ਭਰ ਵਿੱਚ ਮਜ਼ਦੂਰਾਂ ਦੀ ਗੰਭੀਰ ਘਾਟ ਦੇ ਦੌਰਾਨ ਆਈ ਹੈ, ਕਿਉਂਕਿ ਕਾਰੋਬਾਰ ਪਿਛਲੇ 2 ਸਾਲਾਂ ਵਿੱਚ ਕੋਵਿਡ ਦੇ ਨੁਕਸਾਨ ਅਤੇ ਸਰਹੱਦ ਬੰਦ ਹੋਣ ਤੋਂ ਉੱਭਰ ਰਿਹਾ ਹੈ। ਇੰਡੋਨੇਸ਼ੀਆ ਦਾ ਸੈਕੰਡ ਹੋਮ ਵੀਜ਼ਾ, ਜੋ ਵਿਦੇਸ਼ੀਆਂ ਨੂੰ ਦੱਖਣ ਪੂਰਬੀ ਏਸ਼ੀਆਈ ਦੇਸ਼ ਵਿੱਚ 5 ਜਾਂ 10 ਸਾਲ ਤੱਕ ਰਹਿਣ ਦੀ ਆਗਿਆ ਦਿੰਦਾ ਹੈ, ਹੁਣ ਪ੍ਰਭਾਵੀ ਹੋਣਾ ਸ਼ੁਰੂ ਹੋ ਗਿਆ। ਕਾਨੂੰਨ ਅਤੇ ਮਨੁੱਖੀ ਅਧਿਕਾਰ ਮੰਤਰੀ ਯਾਸੋਨਾ ਨੇ ਇਸ ਸਕੀਮ ਦੇ ਲਾਗੂ ਹੋਣ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਦੁਨੀਆ ਭਰ ਦੇ ਕਾਰੋਬਾਰੀ ਲੋਕਾਂ ਅਤੇ ਨਿਵੇਸ਼ਕਾਂ ਨੂੰ ਇੰਡੋਨੇਸ਼ੀਆ ਵਿੱਚ ਕਾਰੋਬਾਰ ਕਰਨ ਦੇ ਲਈ ਆਕਰਸ਼ਿਤ ਕਰਨਾ ਹੈ। ਲਾਓਲੀ ਨੇ ਇੱਕ ਲਿਖਤੀ ਬਿਆਨ 'ਚ ਕਿਹਾ ਕਿ ਵਿਦੇਸ਼ੀ ਲੋਕਾਂ ਨੂੰ ਇੱਕ ਵੀਜ਼ਾ, ਇੱਕ ਸੀਮਤ ਸਟੇ ਪਰਮਿਟ ਅਤੇ ਇੱਕ ਰੀ-ਐਂਟਰੀ ਪਰਮਿਟ ਦੇ ਲਈ ਕੇਵਲ ਇੱਕ ਸਬਮਿਸ਼ਨ ਨੂੰ ਲਾਗੂ ਕਰਨ ਦੀ ਲੋੜ ਹੁੰਦੀ ਹੈ। ਫਿਰ ਜਦੋਂ ਉਹ ਇਮੀਗ੍ਰੇਸ਼ਨ ਚੈੱਕ ਪੁਆਇੰਟ ਰਾਹੀਂ ਇੰਡੋਨੇਸ਼ੀਆਈ ਖੇਤਰ 'ਚ ਦਾਖਲ ਹੁੰਦੇ ਨੇ ਤਾਂ ਉਹਨਾਂ ਦਾ ਸੈਕਿੰਡ ਹੋਮ ਲਿਮਿਟਡ ਸਟੇ ਪਰਮਿਟ ਸਵੈਚਾਲਿਤ ਤੌਰ ਤੇ ਜਾਰੀ ਕੀਤਾ ਜਾਏਗਾ ਤੇ ਉਹਨਾਂ ਦੀਆਂ ਈਮੇਲਾਂ ਤੇ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਭੇਜਿਆ ਜਾਏਗਾ। ਗੈਰ ਇੰਡੋਨੇਸ਼ੀਆਈ ਨਾਗਰਿਕ ਜਾਂ ਉਹਨਾਂ ਦੇ ਗਰੰਟਰ ਇੰਡੋਨੇਸ਼ੀਆਈ ਡਾਇਰੈਕਟੋਰੇਟ ਜਨਰਲ ਆਫ ਇਮੀਗ੍ਰੇਸ਼ਨ ਦੀ ਵੈਬਸਾਈਟ ਆਧਾਰਿਤ ਐਪ ਰਾਹੀਂ ਸੈਕੰਡ ਹੋਮ ਵੀਜ਼ਾ ਦੇ ਲਈ ਅਰਜ਼ੀ ਦੇ ਸਕਦੇ ਨੇ। ਸੈਕੰਡ ਹੋਮ ਵੀਜ਼ਾ ਦੇ ਲਈ ਬਿਨੇਕਾਰ ਨੂੰ 2 ਬਿਲੀਅਨ ਰੁਪਏ ਦੇ ਫੰਡ ਜਾਂ ਇੰਡੋਨੇਸ਼ੀਆ ਵਿੱਚ ਆਪਣੀ ਜਾਇਦਾਦ ਦਾ ਮਲਕੀਅਤ ਦਾ ਸਬੂਤ ਦਿਖਾਉਣ ਦੀ ਲੋੜ ਹੁੰਦੀ ਹੈ। ਇੰਡੋਨੇਸ਼ੀਆ ਦੀ ਸਰਕਾਰੀ ਮਾਲਕੀ ਵਾਲੇ ਬੈਂਕ ਜਾਂ ਫੰਡਾਂ ਦਾ ਸਬੂਤ ਜਾਂ ਜਾਇਦਾਦ ਦੀ ਮਾਲਕੀ ਦੇ ਪ੍ਰਮਾਣ ਪੱਤਰ ਇਮੀਗ੍ਰੇਸ਼ਨ ਦਫ਼ਤਰਾਂ ਵਿੱਚ ਅਧਿਕਾਰੀਆਂ ਨੂੰ ਉਹਨਾਂ ਦੇ ਸੈਕੰਡ ਹੋਮ ਪਰਮਿਟ ਜਾਰੀ ਕਰਨ ਮਿਤੀ ਤੋਂ 90 ਦਿਨਾਂ ਬਾਅਦ ਦਿਖਾਉਣੇ ਚਾਹੀਦੇ ਨੇ। ਬਿਨੇਕਾਰਾਂ ਨੂੰ 3 ਮਿਲੀਅਨ ਰੁਪਏ ਦੇ ਗੈਰ ਟੈਕਸ ਰਾਜ ਮਾਲੀਆ ਚਾਰਜ ਦਾ ਭੁਗਤਾਨ ਕਰਨ ਦੀ ਵੀ ਲੋੜ ਹੁੰਦੀ ਹੈ, ਜਿਸ ਦਾ ਭੁਗਤਾਨ ਗੈਰ ਟੈਕਸ ਰਾਜ ਮਾਲੀਆ ਆਨਲਾਈਨ ਭੁਗਤਾਨ ਪੋਰਟਲ ਰਾਹੀਂ ਇੰਡੋਨੇਸ਼ੀਆ ਦੇ ਖੇਤਰ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇਹ ਸਨ ਇਸ ਹਫ਼ਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV ਔਰ ਸਾਡਾ YouTube ਚੈਨਲ ਵੀ ਕਰ ਦਿਓ ਸਬਸਕ੍ਰਾਈਬ। ਸਤਿ ਸ਼੍ਰੀ ਅਕਾਲ।